ਪ੍ਰਾਕਥਨ। ਭਗਤ ਜਨਾਂ ਦੀ ਕਰਨੀ ਤੇ ਲੱਛਣ ਦੱਸੇ ਹਨ। ਕਰਨੀ ਨਾਮਦਾਨ ਇਸ਼ਨਾਨ, ਪ੍ਰਾਪਤੀ ਲਿਵ ਜੋਤ ਪ੍ਰਕਾਸ਼, ਲੱਛਣ ਕਾਮ ਕ੍ਰੋਧ ਦਾ ਨਾਸ਼, ਸੁਖ ਵਿੱਚ ਨਿਵਾਸ। ਸ੍ਰੀ ਰਾਗ ਮਹੱਲਾ ਪੰਜਵਾ। ਮਿਲ ਸਤਿਗੁਰ ਸਭ ਦੁਖ ਗਿਆ, ਹਰ ਸੁਖ ਵਸਿਆ ਮਨ ਆਏ। ਅੰਤਰ ਜੋਤ ਪਰਗਾਸੀਆ, ਏਕਸ ਸਿਉ ਲਿਵ ਲਾਇ। ਮਿਲ ਸਾਧੂ ਮੁਖ ਊਜਲਾ, ਪੂਰਬ ਲਿਖਿਆ ਪਾਇ। ਗੁਣ ਗੋਵਿੰਦ ਨਿਤ ਗਾਵਣੇ, ਨਿਰਮਲ ਸਾਚੈ ਨਾਇ। ਮੇਰੇ ਮਨ ਗੁਰ ਸਬਦੀ ਸੁਖ ਹੋਇ, ਗੁਰ ਪੂਰੇ ਕੀ ਚਾਕਰੀ। ਬਿਰਥਾ ਜਾਏ ਨਾ ਕੋਇ। ਰਹਾਉ। ਅਰਥ ਰਹਾਉ ਤੋਂ। ਮੇਰੇ ਮਨ ਗੁਰ ਸਬਦੀ ਸੁਖ ਹੋਇ, ਗੁਰ ਪੂਰੇ ਕੀ ਚਾਕਰੀ। ਬਿਰਥਾ ਜਾਏ ਨਾ ਕੋਇ। ਰਹਾਉ। ਹੇ ਮੇਰੇ ਮਨ, ਪੂਰੇ ਗੁਰੂ ਦੀ ਸੇਵਾ ਕਰਕੇ ਕਦੇ ਕੋਈ ਲਾਹੇ ਤੋਂ ਖਾਲੀ ਨਹੀਂ ਜਾਂਦਾ। ਸੋ ਗੁਰੂ ਦੀ ਸੇਵਾ ਕਰ, ਕਿਉਂਕਿ ਗੁਰੂ ਦੇ ਉਪਦੇਸ਼ ਨਾਲ ਹੀ ਸੁਖ ਪ੍ਰਾਪਤ ਹੁੰਦਾ ਹੈ। ਰਹਾਉ। ਪ੍ਰਸ਼ਨ। ਗੁਰੂ ਸੇਵਾ ਨਾਲ ਕਿਹੜਾ ਸੁਖ ਪ੍ਰਾਪਤ ਹੁੰਦਾ ਹੈ? ਉੱਤਮ ਪੁਰਖ ਦੁਆਰਾ ਉੱਤਰ ਦਿੰਦੇ ਹਨ। ਮਿਲ ਸਤਿਗੁਰ ਸਭ ਦੁਖ ਗਿਆ, ਹਰ ਸੁਖ ਵਸਿਆ ਮਨ ਆਏ। ਸਤਿਗੁਰੂ ਨੂੰ ਮਿਲ ਕੇ ਸਭ ਪ੍ਰਕਾਰ ਦਾ ਦੁੱਖ ਦੂਰ ਹੋ ਗਿਆ ਹੈ ਤੇ ਸਰਬ ਸੁੱਖਾਂ ਦੇ ਸਿਰ ਸੁਖ ਹਰੀ ਪ੍ਰਾਪਤੀ ਦਾ ਸੁਖ ਮਨ ਵਿੱਚ ਆ ਵਸਿਆ ਹੈ। ਅੰਤਰ ਜੋਤ ਪਰਗਾਸੀਆ, ਏਕਸ ਸਿਉ ਲਿਵ ਲਾਇ। ਪਹਿਲੋਂ ਇੱਕੋ ਉਸ ਪ੍ਰਭੂ ਨਾਲ ਲਿਵ ਲਾਈ ਸੀ, ਤਾਂ ਅੰਦਰ ਜੋਤ ਨਿਜ ਸਰੂਪ ਦਾ ਪ੍ਰਕਾਸ਼ ਹੋ ਗਿਆ ਸੀ। ਇਉਂ ਮਿਲ ਸਾਧੂ ਮੁਖ ਉਜਲਾ, ਪੂਰਬ ਲਿਖਿਆ ਪਾਇ। ਸਾਧੂ ਨੂੰ ਮਿਲ ਕੇ ਮੂੰਹ ਉਜਲਾ ਹੋ ਗਿਆ। ਉੰਜ ਪਾਇਆ ਪੂਰਬ ਲਿਖਿਆ ਹੀ ਸੀ। ਪੂਰਬ ਲਿਖਿਆ ਪਾਇਆ, ਨਾਨਕ ਸੰਤ ਸਹਾਇ। ਸੂਹੀ ਮਹੱਲਾ ਪੰਜਵਾ। ਪ੍ਰਸ਼ਨ। ਹੁਣ ਨਿਤ ਕਿਰਿਆ ਤੇ ਕਰਨੇ ਜੋਗ ਕੰਮ ਕੀ ਬਾਕੀ ਹੈ? ਜਦ ਕਿ ਜੋਤ ਪ੍ਰਕਾਸ਼ ਹੋ ਗਈ ਹੈ ਤੇ ਹਲਤ ਪਲਤ ਮੂੰਹ ਉਜਲਾ ਹੋ ਗਿਆ ਹੈ। ਉੱਤਰ। ਗੁਣ ਗੋਵਿੰਦ ਨਿਤ ਗਾਵਣੇ, ਨਿਰਮਲ ਸਾਚੈ ਨਾਇ। ਗੋਬਿੰਦ ਦੇ ਗੁਣ ਸਦਾ ਗਾਉਣੇ ਨਾਲ ਤੇ ਸੱਚੇ ਨਾਮ ਦੇ ਸਿਮਰਨ ਨਾਲ ਆਪਣੇ ਆਪ ਵਿੱਚ ਨਿਰਮਲ ਰਹਿਣਾ, ਭਾਵ ਨਾਮ ਤੇ ਹਰੀ ਕੀਰਤੀ ਨਾਲ ਮਨ ਨੂੰ ਰਾਮ ਰਸ ਵਿੱਚ ਰੱਖਣਾ। ਹੁਣ ਇਹ ਕੰਮ ਹੈ। ਕੀ ਜੋਤ ਪ੍ਰਕਾਸ਼ ਕਾਫੀ ਨਹੀਂ? ਉੱਤਰ। ਜੀਵਨ ਮੁਕਤੀ ਦੇ ਰਸ ਨੂੰ ਮਾਨਣਾ ਜੋਤ ਪ੍ਰਕਾਸ਼ ਦੀ ਸਫਲਤਾ ਤੇ ਅਸਲ ਪ੍ਰਾਪਤੀ ਹੈ। ਪ੍ਰਸ਼ਨ। ਨਾਮ ਪਾ ਕੇ ਹਰ ਸੁੱਖ ਤਾਂ ਪ੍ਰਾਪਤ ਹੋ ਗਿਆ, ਆਪਣੀਆਂ ਸੰਸਾਰਕ ਲੋੜਾਂ ਦਾ ਕੀ ਬਣਿਆ? ਉੱਤਰ। ਮਨ ਕੀਆ ਇੱਛਾ ਪੂਰੀਆ, ਪਾਇਆ ਨਾਮ ਨਿਧਾਨ। ਜਦ ਦਾ ਨਾਮ ਰੂਪੀ ਖਜ਼ਾਨਾ ਪ੍ਰਾਪਤ ਹੋਇਆ ਹੈ, ਮਨ ਦੀਆਂ ਇੱਛਿਆਂ ਸਭ ਪੂਰੀਆਂ ਹੋ ਗਈਆਂ ਹਨ। ਅੰਤਰਜਾਮੀ ਸਦਾ ਸੰਗ, ਕਰਨੈ ਹਾਰ ਪਛਾਣ। ਉਸ ਨੂੰ ਅਸਾਂ ਆਪਣੇ ਅੰਦਰ ਬੈਠਾ, ਸਦਾ ਨਾਲ ਰਹਿਣੇ ਵਾਲਾ ਤੇ ਜੋ ਕੁਛ ਸਾਨੂੰ ਆ ਵਾਪਰੇ ਉਸ ਦਾ ਕਰਨੇ ਹਾਰ ਪਛਾਣ ਲਿਆ ਹੈ। ਗੁਰ ਪ੍ਰਸਾਦੀ ਮੁਖ ਉਜਲਾ, ਜਪ ਨਾਮ ਦਾਨ ਇਸਨਾਨ। ਗੁਰੂ ਦੀ ਕਿਰਪਾ ਨਾਲ ਉਸ ਦਾ ਨਾਮ ਜਪ ਜਪ ਕੇ, ਦਾਨ ਦੇ ਦੇ ਕੇ ਤੇ ਇਸ਼ਨਾਨ ਕਰ ਕਰਕੇ ਦਰਗਾਹੇ ਮੂੰਹ ਉਜਲਾ ਹੋ ਗਿਆ ਹੈ। ਕਾਮ ਕ੍ਰੋਧ ਲੋਭ ਬਿਨਸਿਆ, ਤਜਿਆ ਸਭ ਅਭਿਮਾਨ। ਕਾਮ ਕ੍ਰੋਧ ਤੇ ਲੋਭ ਦੂਰ ਹੋ ਗਿਆ ਹੈ ਤੇ ਇਸ ਤਿਆਗ ਦਾ ਵੀ ਸਾਰਾ ਹੰਕਾਰ ਛੱਡ ਦਿੱਤਾ ਗਿਆ ਹੈ। ਐਸੇ ਕਰਨੇ ਨਾਲ ਇੱਕ ਤਾਂ
ਪਾਇਆ ਲਾਹਾ ਲਾਭ ਨਾਮ, ਪੂਰਨ ਹੋਏ ਕਾਮ। ਨਾਮ ਦਾ ਪਰਮਾਰਥਿਕ ਲਾਹਾ ਮਿਲ ਗਿਆ, ਦੂਸਰੇ ਸੰਸਾਰਿਕ ਸਰਬ ਕਾਮਨਾ ਪੂਰਨ ਹੋ ਗਈਆਂ। ਕਰ ਕਿਰਪਾ ਪ੍ਰਭ ਮੇਲਿਆ, ਦੀਆ ਆਪਣਾ ਨਾਮ। ਇਹ ਪ੍ਰਾਪਤੀ ਸਾਡੇ ਆਪਣੇ ਕੀਤੇ ਦਾ ਫਲ ਨਹੀਂ, ਪ੍ਰਭੂ ਨੇ ਆਪ ਕਿਰਪਾ ਕਰਕੇ ਸਾਨੂੰ ਗੁਰੂ ਮੇਲਿਆ ਤੇ ਫਿਰ ਉਸ ਗੁਰੂ ਦੁਆਰਾ ਸਾਨੂੰ ਆਪਣਾ ਨਾਮ ਦਿੱਤਾ। ਆਵਣ ਜਾਣਾ ਰਹਿ ਗਿਆ, ਆਪ ਹੁਆ ਮਿਹਰਵਾਨ। ਹਾਂ, ਉਹ ਆਪ ਹੀ ਮਿਹਰਬਾਨ ਹੋਇਆ ਤਾਂ ਗੁਰੂ ਬਖਸ਼ੇ ਨਾਮ ਦੀ ਕਾਲ ਸਿਰੇ ਚੜ੍ਹੀ ਤੇ ਸਾਡਾ ਜਨਮ ਮਰਨ ਮਿਟ ਗਿਆ। ਇਸ ਤਰ੍ਹਾਂ ਅਸਾਂ ਸੱਚ ਮਹਿਲ ਘਰ ਪਾਇਆ, ਗੁਰ ਕਾ ਸ਼ਬਦ ਪਛਾਨ। ਸੱਚਾ ਘਰ ਭਾਵ ਆਤਮ ਸਰੂਪ ਦੀ ਲਖਤਾ ਤੇ ਉਸ ਦੇ ਨਾਲ ਸੱਚਾ ਮਹਿਲ ਪਰਮਾਤਮ ਸਰੂਪ ਦੀ ਲਖਤਾ ਪ੍ਰਾਪਤ ਕੀਤੀ। ਇਹ ਪ੍ਰਾਪਤੀ ਤਾਂ ਹੋਈ ਜਦ ਗੁਰੂ ਕੇ ਸ਼ਬਦ ਨੂੰ ਪਛਾਣ ਲਿਆ, ਭਾਵ ਗੁਰੂ ਉਪਦੇਸ਼ ਦੁਆਰਾ ਨਾਮ ਅਭਿਆਸ ਕਰਕੇ ਆਤਮ ਪਰਮਾਤਮ ਦੀ ਲਖਤਾ ਪ੍ਰਾਪਤ ਹੋ ਗਈ। ਭਗਤ ਜਨਾ ਕਉ ਰਾਖਦਾ, ਆਪਣੀ ਕਿਰਪਾ ਧਾਰ। ਐਸੇ ਪੁਰਖਾਂ ਨੂੰ ਭਗਤ ਆਖੀਦਾ ਹੈ ਤੇ ਇਹ ਉਸ ਦਾ ਬਿਰਦ ਹੈ ਕਿ ਭਗਤ ਪੁਰਖਾਂ ਨੂੰ ਉਹ ਆਪਣੀ ਕਿਰਪਾ ਕਰਕੇ ਸਾਰੇ ਦੁੱਖਾਂ ਤੋਂ ਰੱਖਿਆ ਕਰਦਾ ਹੈ। ਹਾਲਤ ਪਲਤ ਮੁਖ ਊਜਲੇ, ਸਾਚੇ ਕੇ ਗੁਣ ਸਾਰ। ਅੱਗੋਂ ਭਗਤ ਕੀ ਕਰਦੇ ਹਨ? ਉੱਤਰ, ਉਹ ਸੱਚੇ ਦੇ ਗੁਣ ਸੰਭਾਲਦੇ ਹਨ। ਇਸ ਕਰਕੇ ਉਹਨਾਂ ਦੇ ਮੂੰਹੋਂ ਲੋਕ ਪਰਲੋਕ ਵਿੱਚ ਉਜਲੇ ਰਹਿੰਦੇ ਹਨ। ਆਠ ਪਹਿਰ ਗੁਣ ਸਾਰ ਦੇ, ਰਤੇ ਰੰਗ ਅਪਾਰ। ਉਹ ਨਿਰੇ ਜ਼ਬਾਨੀ ਹਰੇ ਦੇ ਗੁਣ ਨਹੀਂ ਗਾਉਂਦੇ ਰਹਿੰਦੇ, ਉਹ ਤਾਂ ਅਪਾਰ ਪ੍ਰੇਮ ਵਿੱਚ ਰੰਗੇ ਹੋਏ ਅੱਠੇ ਪਹਿਰ ਹਰੀ ਦੇ ਗੁਣ ਸਿਮਰਦੇ ਰਹਿੰਦੇ ਹਨ। ਪਾਰ ਬ੍ਰਹਮ ਸੁਖ ਸਾਗਰੋ, ਨਾਨਕ ਸਦ ਬਲਿਹਾਰ। ਹੇ ਨਾਨਕ, ਪਾਰ ਬ੍ਰਹਮ ਸੁਖਾਂ ਦਾ ਸਾਗਰ ਹੈ ਤੇ ਭਗਤ ਹੰਸਾਂ ਵਾਂਗੂ ਉਸ ਤੋਂ ਸਦਾ ਬਲਿਹਾਰ ਹੁੰਦੇ ਰਹਿੰਦੇ ਹਨ। ਭਾਵ ਉਹ ਭਗਤਾਂ ਨੂੰ ਸੁਖ ਰਸ ਆਨੰਦ ਦਿੰਦਾ ਰਹਿੰਦਾ ਹੈ ਤੇ ਉਹ ਸਦਾ ਉਸ ਤੋਂ ਬਲਿਹਾਰ ਹੁੰਦੇ ਰਹਿੰਦੇ ਹਨ। ਵਿਆਖਿਆ। ਭਗਤ ਜਨਾਂ ਬਾਬਤ ਇਸ ਸ਼ਬਦ ਵਿੱਚ ਵਿਚਾਰ ਹੈ। ਭਗਤ ਪਹਿਲੇ ਸਤਿਗੁਰੂ ਨੂੰ ਮਿਲਦਾ ਹੈ, ਉਸ ਤੋਂ ਨਾਮ ਦਾਨ ਇਸ਼ਨਾਨ ਦੀ ਦਾਤ ਲੈਂਦਾ ਹੈ। ਨਾਮ ਵਾਹਿਗੁਰੂ ਦਾ ਸਿਮਰਨ ਕਰਨੇ ਲਈ, ਦਾਨ ਆਪਣੇ ਸੁਭਾਵ ਨੂੰ ਆਤਮਿਕ ਰੰਗ ਦੇਣ ਲਈ। ਆਤਮਾ ਦਾ ਸੁਭਾਵ ਦਾਨ ਹੁੰਦਾ ਹੈ। ਨਾਮੀ ਪੁਰਖ ਅੰਤਰਾਤਮੇ ਵੀ ਦਾਤਾ ਪਦ ਵਿੱਚ ਪੜਦਾ ਹੈ, ਨਾਲ ਹੀ ਇਸ਼ਨਾਨ ਧਾਰਨ ਕਰਦਾ ਹੈ। ਸਰੀਰ ਦੇ ਇਸ਼ਨਾਨ ਤੋਂ ਲੈ ਕੇ ਮਨ ਤੇ ਬੁੱਧੀ ਦੀ ਸਵੱਛਤਾ ਪ੍ਰਾਪਤ ਕਰਨੀ ਇਸ਼ਨਾਨ ਕਰਨਾ ਹੈ। ਇਸ ਤਰ੍ਹਾਂ ਭਗਤ ਜਨ ਦੇ ਕਾਮ, ਕ੍ਰੋਧ, ਲੋਭ, ਮੋਹ, ਅਭਿਮਾਨ ਦੂਰ ਹੋ ਜਾਂਦੇ ਹਨ। ਉਹ ਗੁਣ ਗਾਉਂਦਾ ਹੈ। ਗੁਣ ਗਾਵਤ ਤੇਰੀ ਉਤਰਸ ਮੈਲ। ਗੌੜੀ ਮਹੱਲਾ ਪੰਜਵਾ ਸੁਖਮਣੀ। ਗੁਰ ਵਾਕ ਹੈ, ਉਹ ਸਿਮਰਨ ਕਰਦਾ ਹੈ। ਉਹ ਬਾਹਰਲੀ ਅੰਦਰਲੀ ਸੂਖਮ ਮੈਲ ਨੂੰ ਕੱਟਦਾ ਹੈ। ਇਉਂ ਭਗਤ ਨਿਰਮਲ ਹੋ ਜਾਂਦਾ ਹੈ ਤੇ ਅੰਦਰੋਂ ਬਾਹਰੋਂ ਨਿਰਮਲ, ਹਲਤ ਪਲਤ ਉਜਲੇ ਮੁਖ ਹੁੰਦਾ ਹੈ। ਸੋ ਨਾਮ ਤੇ ਗੁਣ ਗਾਇਨ ਬਾਣੀ ਦੇ ਅਭਿਆਸ ਨਾਲ ਨਿਸ਼ਪਾਪ ਤੇ ਉਜਲੇ ਮਨ ਵਾਲਾ ਹੋ ਕੇ ਉਸ ਦੀ ਫਿਰ ਲਿਵ ਲੱਗਦੀ ਹੈ। ਲਿਵ ਦੇ ਪ੍ਰਤਾਪ ਉਸ ਦਾ ਆਪਾ ਦੇਹ ਮਨ ਤੋਂ ਅਲੱਗ ਭਾਸਣ ਲੱਗ ਜਾਂਦਾ ਹੈ। ਜਿਵੇਂ ਰਿੜਕਣ ਨਾਲ ਦੁੱਧ ਵਿੱਚੋਂ ਮੱਖਣ ਨਿੱਤਰ ਆਉਂਦਾ ਹੈ। ਹਰਿ ਕਾ ਬਿਲੋਵਣਾ ਬਿਲੋਵਹੁ ਮੇਰੇ ਭਾਈ, ਆਸਾ ਕਬੀਰ। ਹੁਣ ਉਸ ਨੂੰ ਆਪਾ ਦੇਹ ਤੋਂ ਅਲੱਗ ਭਾਸਦਾ ਹੈ ਤੇ ਵਾਹਿਗੁਰੂ ਅੰਗ ਸੰਗ ਭਾਸਦਾ ਹੈ। ਅੰਤਰ ਜੋਤ ਪਰਗਾਸੀਆ, ਏਕਸ ਸਿਉ ਲਿਵ ਲਾਇ। ਸ੍ਰੀ ਰਾਗ ਮਹੱਲਾ ਪੰਜਵਾ। ਇਸ ਤੋਂ ਅੱਗੇ ਹੁਣ ਉਸ ਨੂੰ ਪ੍ਰਮਾਤਮ ਦੇਵ ਦੀ ਲਖਤਾ ਪ੍ਰਾਪਤ ਹੁੰਦੀ ਹੈ ਕਿ ਉਸ ਨੂੰ ਆਪਣੇ ਘਰ ਭਾਵ ਸਰੂਪ ਵਿੱਚ ਸੱਚੇ ਵਾਹਿਗੁਰੂ ਦੇ ਮਹਿਲ ਸਰੂਪ ਦੀ ਪਛਾਣ ਹੋ ਆਉਂਦੀ ਹੈ।
ਇਹ ਪ੍ਰਾਪਤੀ ਹੋ ਕੇ ਉਹ ਅਕਰੈ ਹੋ ਕੇ ਜਾਂ ਫਿਰ ਸਾਧਾਰਨ ਸੰਕਲਪ ਵਿਕਲਪੀ ਜੀਵਨ ਵਿੱਚ ਨਹੀਂ ਹੋ ਜਾਂਦਾ। ਉਹ ਸੱਚੇ ਦੇ ਪ੍ਰੇਮ ਵਿੱਚ ਰੱਤਾ, ਉਸ ਦੇ ਗੁਣ ਗਾਉਂਦਾ, ਹਰ ਸੁਖ ਮਾਣਦਾ ਹੈ। ਉਸ ਦਾ ਫੇਰ ਸਾਈਂ ਨਾਲ ਇਸ ਤਰ੍ਹਾਂ ਦਾ ਵਾਹ ਪੈ ਜਾਂਦਾ ਹੈ ਕਿ ਭਗਤ ਤਾਂ ਉਸ ਤੋਂ ਪਿਆਰ ਨਾਲ ਵਾਰਨੇ ਹੁੰਦਾ ਰਹਿੰਦਾ ਹੈ, ਤੇ ਉਹ ਸੁਖ ਸਾਗਰ ਸਦਾ ਸੁਖ ਦੇਂਦਾ ਰਹਿੰਦਾ ਹੈ, ਤੇ ਹਰ ਸਮੇਂ ਹਰ ਬਾਬ ਆਪਣੀ ਕਿਰਪਾ ਦੁਆਰਾ ਉਸ ਦੀ ਰੱਖਿਆ ਕਰਦਾ ਰਹਿੰਦਾ ਹੈ, ਜਿਵੇਂ ਮਾਤਾ ਪਿਤਾ ਪੁੱਤਰ ਦੀ ਕਰਦੇ ਹਨ। ਨਿਰੁਕਤ ਜੋਤ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਜੋਤ, ਪ੍ਰਕਾਸ਼, ਚਾਨਣ, ਆਤਮ ਪ੍ਰਕਾਸ਼, ਆਤਮਾ। ਅੰਤਰਜਾਮੀ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਅੰਤਰਯਾਮਣ, ਅੰਦਰ ਬੈਠਾ ਹੋਇਆ ਪ੍ਰੇਰਕ, ਅੰਦਰ ਦੀਆਂ ਜਾਣਨ ਵਾਲਾ। ਹਲਤ ਪਲਤ ਦਾ ਭਾਵ ਹੈ ਲੋਕ ਪ੍ਰਲੋਕ। ਸਾਰਦੇ ਦਾ ਭਾਵ ਹੈ ਸੰਭਾਲਦੇ ਸਿਮਰਦੇ। ਪ੍ਰਾਕਥਨ ਨਾਮ ਸਹਿਜ ਧਿਆਨ ਵਿੱਚ ਲੈ ਜਾਂਦਾ ਹੈ। ਸ੍ਰੀ ਰਾਗ ਮਹੱਲਾ ਪੰਜਵਾ। ਪੂਰਾ ਸਤਿਗੁਰ ਜੇ ਮਿਲੈ, ਪਾਈਐ ਸ਼ਬਦ ਨਿਧਾਨ। ਜੇ ਪੂਰਾ ਸਤਿਗੁਰੂ ਮਿਲ ਪਵੇ ਤਾਂ ਉਸ ਤੋਂ ਸ਼ਬਦ ਰੂਪੀ ਖਜ਼ਾਨਾ ਪ੍ਰਾਪਤ ਹੁੰਦਾ ਹੈ। ਭਾਵ ਨਾਮ ਜੋ ਸਭ ਖਜ਼ਾਨਿਆਂ ਦਾ ਖਜ਼ਾਨਾ ਹੈ ਲੱਜ ਜਾਂਦਾ ਹੈ। ਪਰ ਹੁਣ ਕਰ ਕਿਰਪਾ ਪ੍ਰਭ ਆਪਣੀ, ਜਪੀਐ ਅੰਮ੍ਰਿਤ ਨਾਮ। ਜੇ ਵਾਹਿਗੁਰੂ ਆਪਣੀ ਕਿਰਪਾ ਕਰੇ ਤਾਂ ਉਹ ਗੁਰੂ ਦਾ ਦਿੱਤਾ ਅਮਰ ਕਰਨੇ ਵਾਲਾ ਨਾਮ ਜਪੀਦਾ ਹੈ। ਜਨਮ ਮਰਨ ਦੁਖ ਕਾਟੀਐ, ਲਾਗੈ ਸਹਿਜ ਧਿਆਨ। ਇਸੇ ਨਾਮ ਦੇ ਜਪਣ ਨਾਲ ਸਹਿਜ ਵਿੱਚ ਧਿਆਨ ਲੱਗ ਜਾਂਦਾ ਹੈ। ਇਸ ਧਿਆਨ ਦੇ ਲੱਗ ਜਾਣ ਨਾਲ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ। ਮੇਰੇ ਮਨ ਪ੍ਰਭ ਸਰਨਾਈ ਪਾਏ, ਹਰ ਬਿਨ ਦੂਜਾ ਕੋ ਨਹੀਂ, ਏਕੋ ਨਾਮ ਧਿਆਏ ਰਹਾਉ। ਹੇ ਮੇਰੇ ਮਨ, ਹਰੀ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ। ਜਿਸ ਦੀ ਸ਼ਰਨ ਲਈ ਜਾਵੇ ਤਾਂ ਤੇ ਉਸੇ ਪ੍ਰਭੂ ਦੀ ਸ਼ਰਨ ਪ੍ਰਾਪਤ ਕਰ ਤੇ ਸ਼ਰਨ ਪਈਦਾ ਹੈ ਉਸੇ ਇੱਕੋ ਦੇ ਨਾਮ ਨੂੰ ਧਿਆਏ ਕੇ। ਰਹਾਉ ਕੀਮਤ ਕਹਿਣ ਨਾ ਜਾਈਐ, ਸਾਗਰ ਗੁਣੀ ਅਥਾਹੋ। ਇਹ ਸੱਚਾ ਸ਼ਬਦ ਭਾਵ ਨਾਮ ਗੁਣਾਂ ਦਾ ਅਥਾਹ ਸਾਗਰ ਹੈ। ਇਸ ਦੀ ਕੀਮਤ ਨਹੀਂ ਕਹੀ ਜਾ ਸਕਦੀ। ਵਡਭਾਗੀ ਮਿਲ ਸੰਗਤੀ, ਸੱਚਾ ਸ਼ਬਦ ਵਿਸਾਹੋ। ਇਹ ਸਤ ਸੰਗ ਵਿੱਚ ਹੁੰਦਾ ਹੈ। ਤੂੰ ਵੱਡੇ ਭਾਗਾਂ ਦੁਆਰਾ ਸਤ ਸੰਗਤ ਵਿੱਚ ਮਿਲ ਤੇ ਇਹ ਨਾਮ ਖਰੀਦ ਲੈ। ਕਰ ਸੇਵਾ ਸੁਖ ਸਾਗਰੈ, ਸਿਰ ਸਾਹਾ ਪਾਤਸ਼ਾਹੋ। ਇਸ ਨਾਮ ਦੁਆਰਾ ਪਾਤਸ਼ਾਹਾਂ ਦੇ ਸਿਰ ਤੇ ਵੀ ਜੋ ਪਾਤਸ਼ਾਹ ਹੈ, ਉਸ ਸੁਖ ਸਾਗਰ ਦੀ ਸੇਵਾ ਕਰ। ਚਰਨ ਕਮਲ ਕਾ ਆਸਰਾ, ਦੂਜਾ ਨਾਹੀ ਠਾਉ। ਇਹ ਆਖਦੇ ਨਾਮ ਰਸੀਏ ਤੇ ਨਾਮੀ ਦੇ ਰੰਗ ਰਤੜੇ ਗੁਰੂ ਜੀ ਅਰਦਾਸ ਵਿੱਚ ਚਲੇ ਜਾਂਦੇ ਹਨ। ਹੇ ਪਾਰ ਬ੍ਰਹਮ, ਮੈਨੂੰ ਤੇਰੇ ਚਰਨਾਂ ਕਮਲਾਂ ਦਾ ਹੀ ਆਸਰਾ ਹੈ, ਹੋਰ ਦੂਜਾ ਥਾਂ ਮੇਰਾ ਕੋਈ ਨਹੀਂ। ਮੈਂ ਧਰ ਤੇਰੀ ਪਾਰ ਬ੍ਰਹਮ, ਤੇਰੇ ਤਾਨ ਰਹਾਉ। ਮੈਨੂੰ ਨਿਰੀ ਤੇਰੀ ਹੀ ਟੇਕ ਹੈ, ਮੈਂ ਤੇਰੇ ਹੀ ਤਾਣ ਦੇ ਆਸਰੇ ਸਦਾ ਰਹਿੰਦਾ ਹਾਂ। ਭਾਵ ਤੇਰਾ ਜੋਰ ਹੀ ਮੇਰੀ ਰੱਖਿਆ ਕਰਦਾ ਹੈ। ਨਿਮਾਣਿਆ ਪ੍ਰਭ ਮਾਨ ਤੂੰ, ਤੇਰੇ ਸੰਗ ਸਮਾਉ। ਹੇ ਪ੍ਰਭੂ, ਤੂੰ ਹੀ ਮਾਣਹੀਨਾਂ ਦਾ ਮਾਣ ਹੈ। ਮਿਹਰ ਕਰਕੇ ਮੈਂ ਤੇਰੇ ਨਾਲ ਸਦਾ ਹੀ ਮਿਲਿਆ ਰਹਾਂ। ਹਰ ਜਪੀਐ ਆਰਾਧੀਐ, ਆਠ ਪਹਿਰ ਗੋਵਿੰਦ। ਤਾਂ ਤੇ ਅੱਠੇ ਪਹਿਰ ਉਸ ਗੋਬਿੰਦ, ਉਸ ਹਰੀ ਦਾ ਰਸਨਾ ਨਾਲ ਨਾਮ ਜਪੀਏ ਤੇ ਮਨ ਨਾਲ ਆਰਾਧਨ ਕਰੀਏ। ਜੀ ਪ੍ਰਾਣ ਤਨ ਧਨ ਰੱਖੇ, ਕਰ ਕਿਰਪਾ ਰਾਖੀ ਜਿੰਦ। ਜਿਸ ਨੇ ਆਪਣੇ ਸਿਮਰਨ ਵਾਲੇ ਭਗਤਾਂ ਦੇ ਜੀਵ, ਪ੍ਰਾਣ,
ਤਨ ਤੇ ਧਨ ਸਦਾ ਬਚਾਏ ਹਨ, ਤੇ ਕਿਰਪਾ ਕਰਕੇ ਜਿੰਦ ਦੀ ਵੀ ਰਾਖੀ ਕੀਤੀ ਹੈ। ਨਾਨਕ ਸਗਲੇ ਦੋਖ ਉਤਾਰਿਅਨ, ਪ੍ਰਭ ਪਾਰ ਬ੍ਰਹਮ ਬਖਸ਼ਿੰਦ। ਹਾਂ, ਉਸ ਪਾਰ ਬ੍ਰਹਮ ਨੇ ਆਪਣੇ ਭਗਤਾਂ ਦੇ ਸਾਰੇ ਦੋਖ ਸਦਾ ਦੂਰ ਕੀਤੇ ਹਨ, ਕਿਉਂਕਿ ਉਹ ਬਖਸ਼ਣਹਾਰ ਪ੍ਰਭੂ ਹੈ, ਭਾਵ ਐਸਾ ਮਾਲਕ ਹੈ ਜਿਸ ਦਾ ਬਿਰਦ ਬਖਸ਼ਿਸ਼ ਹੈ। ਹੇ ਨਾਨਕ। ਵਿਆਖਿਆ। ਸਹਿਜ ਧਿਆਨੀ ਉਹ ਪੁਰਖ ਹੈ ਜਿਸ ਦਾ ਧਿਆਨ ਨਿਰਯਤਨ ਆਪਣੇ ਆਪ ਵਾਹਿਗੁਰੂ ਦੇ ਵੱਲ ਲੱਗਾ ਰਹੇ। ਜਿਵੇਂ ਮੁਰਦਾ ਤਾਰੀ ਤਰਨ ਵਾਲਾ ਬਿਨਾਂ ਹੱਥ ਪੈਰ ਹਿਲਾਏ ਤਰਦਾ ਜਾਂਦਾ ਹੈ ਤੇ ਡੁੱਬਦਾ ਨਹੀਂ, ਪਰ ਇਹ ਸਹਿਜ ਧਿਆਨ ਦੀ ਦਸ਼ਾ ਪਹਿਲੋਂ ਕਿਸੇ ਕੀਤੇ ਯਤਨ ਨਾਲ ਪ੍ਰਾਪਤ ਹੁੰਦੀ ਹੈ। ਜਿਵੇਂ ਮੁਰਦਾ ਤਾਰੀ ਤਰਨੇ ਵਾਲਾ ਪਹਿਲਾਂ ਬਹੁੜੀਆਂ ਮਾਰ ਕੇ ਤਰਨਾ ਸਿੱਖਦਾ ਹੈ, ਉਹ ਪਹਿਲਾ ਯਤਨ ਇਹ ਹੈ ਪੂਰਾ ਗੁਰੂ ਮਿਲੇ, ਉਸ ਤੋਂ ਨਾਮ ਪ੍ਰਾਪਤ ਹੋਵੇ। ਨਾਮ ਦਾ ਅਭਿਆਸ ਐਸਾ ਹੋ ਜਾਏ ਕਿ ਆਪਣੇ ਆਪ ਨੂੰ ਸਦਾ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਸਮਝੇ, ਨਾਲ ਸਤ ਸੰਗ ਦਾ ਆਸਰਾ ਰੱਖੇ। ਸਤ ਸੰਗ ਕਿਹੜਾ, ਉਸ ਬਾਬਤ ਫਰਮਾਇਆ ਹੈ, ਸਤ ਸੰਗਤ ਕੈਸੀ ਜਾਣੀਐ, ਜਿਥੈ ਏਕੋ ਨਾਮ ਵਖਾਣੀਐ। ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ। ਸ਼ਰਨ ਪ੍ਰਾਪਤ ਪੁਰਖ ਆਪ ਨੂੰ ਵਾਹਿਗੁਰੂ ਦੇ ਆਸਰੇ ਸਮਝਦਾ ਹੈ, ਉਸ ਦੇ ਤਾਣ ਨੂੰ ਆਪਣਾ ਤਕੀਆ ਜਾਣਦਾ ਹੈ ਤੇ ਸਦਾ ਸਾਈਂ ਨਾਲ ਮਿਲਿਆ ਪ੍ਰਤੀਤ ਕਰਦਾ ਹੈ। ਜੋ ਇਕੁਰ ਸਾਈਂ ਆਸਰੇ ਹੋ ਜਾਂਦਾ ਹੈ, ਉਸ ਦੇ ਔਗਣ ਕੋਈ ਨਹੀਂ ਰਹਿੰਦੇ। ਸਾਈਂ ਆਪ ਦੂਰ ਕਰਦਾ ਹੈ, ਉਸ ਦੀ ਟੇਕ ਤੇ ਹੋਣ ਕਰਕੇ ਉਹ ਦਿਆਲੂ ਹੋ ਜਾਂਦਾ ਹੈ। ਉਸ ਦੀ ਦਇਆ ਨਿਰਵਿਘਨਤਾ ਦਾਨ ਕਰਦੀ ਹੈ। ਉਹ ਹਰ ਵਾਰ ਹਰ ਤਰ੍ਹਾਂ ਆਪਣਿਆਂ ਦੀ ਰੱਖਿਆ ਕਰਦਾ ਹੈ। ਨਿਰੁਕਤ। ਨਿਧਾਨ ਦਾ ਭਾਵ ਹੈ ਖਜ਼ਾਨਾ। ਸਹਿਜ ਦਾ ਭਾਵ ਹੈ ਸਹਿਜ ਵਿੱਚ। ਸਹਿਜ ਤੋਂ ਗੁਰੂ ਜੀ ਦਾ ਕੀ ਭਾਵ ਹੈ, ਇਸ ਲਈ ਦੇਖੋ ਪਿੱਛੇ ਪੰਨਾ 269 ਅਤੇ ਸ੍ਰੀ ਰਾਗ ਮਹੱਲਾ ਤੀਜਾ ਅਸ਼ਟਪਦੀ 23ਵੀਂ ਦਾ ਅਰਥ ਭਾਵ। ਜਿਸ ਦੀ ਪਹਿਲੀ ਤੁਕ ਹੈ ਸਹਿਜੇ ਨੂੰ ਸਭ ਲੋਚਦੀ, ਜੋ ਅੱਗੇ ਪੋਥੀ ਦੂਜੀ ਦੇ ਪੰਨਾ 617 ਪਰ ਆਵੇਗਾ। ਵਿਸਾਹੋ ਦਾ ਭਾਵ ਹੈ ਖਰੀਦ, ਵਿਹਾਜ। ਪ੍ਰਾਕਥਨ। ਵਾਹਿਗੁਰੂ ਜੀ ਦੇ ਗੁਣ ਗਿਣੇ ਹਨ, ਸਿਫਤ ਸਲਾਹ ਕੀਤੀ ਹੈ ਤੇ ਉਸ ਨਾਲ ਪ੍ਰੀਤ ਕਰਨ ਲਈ ਪ੍ਰੇਰਿਆ ਹੈ। ਮਾਇਆ ਦੀ ਗਾਫਲੀ ਵਾਲੀ ਪ੍ਰੀਤ ਤੋਂ ਵਰਜਿਆ ਹੈ। ਸ੍ਰੀ ਰਾਗ ਮਹੱਲਾ ਪੰਜਵਾ। ਪ੍ਰੀਤ ਲੱਗੀ ਤਿਸ ਸੱਚ ਸਿਓ, ਮਰੈ ਨ ਆਵੈ ਜਾਇ। ਪ੍ਰੀਤ ਉਹ ਸਤ ਸਰੂਪ ਨਾਲ ਲੱਗੀ ਹੈ ਕਿ ਜੋ ਨਾ ਮਰਦਾ ਹੈ, ਨਾ ਜਨਮ ਮਰਨ ਵਿੱਚ ਆਉਂਦਾ ਜਾਂਦਾ ਹੈ। ਨਾ ਵਿਛੋੜਿਆ ਵਿਛੜੈ, ਸਭ ਮਹਿ ਰਹਿਆ ਸਮਾਇ। ਫਿਰ ਉਹ ਸਭਨਾਂ ਵਿੱਚ ਇਉਂ ਮਿਲ ਰਿਹਾ ਹੈ ਕਿ ਕਿਸੇ ਤੋਂ ਵਿਛੋੜਿਆਂ ਵਿਛੜਦਾ ਨਹੀਂ। ਦੀਨ ਦਰਦ ਦੁਖ ਭੰਜਨਾ, ਸੇਵਕ ਕੈ ਸਤ ਭਾਇ। ਆਜਜ਼ਾਂ ਦੇ ਦੁੱਖ ਤੇ ਦਰਦ ਭੰਨ ਘੱਤਦਾ ਹੈ ਤੇ ਸੇਵਕਾਂ ਨੂੰ ਸੱਚੇ ਪ੍ਰੇਮ ਨਾਲ ਮਿਲਦਾ ਹੈ। ਇਹਨਾਂ ਗੁਣਾਂ ਦਾ ਗੁਣਵੰਤ ਹੁੰਦਿਆਂ ਉਹ ਫੇਰ ਮਾਇਆ ਰਹਿਤ ਅਚਰਜ ਰੂਪ ਨਿਰੰਜਨੋ, ਗੁਰ ਮੇ ਲਾਇਆ ਮਾਏ। ਮਾਇਆ ਤੋਂ ਰਹਿਤ ਇਸ ਕਰਕੇ ਅਚਰਜ ਹੈ ਉਸ ਦਾ ਰੂਪ, ਉਹ ਮੈਨੂੰ ਗੁਰੂ ਨੇ ਮਿਲਾ ਦਿੱਤਾ ਹੈ। ਹੇ ਮਾਏ ਭਾਈ ਰੇ, ਮੀਤ ਕਰੋ ਪ੍ਰਭ ਸੋਏ। ਹੇ ਮੇਰੇ ਭਾਈ ਜਨੋ, ਤੁਸੀਂ ਵੀ ਉਹ ਆਪਣਾ ਮਿੱਤਰ ਬਣਾਓ। ਮਾਇਆ ਮੋਹ ਪ੍ਰੀਤ ਧ੍ਰਿਗ, ਸੁਖੀ ਨ ਦੀਸੈ ਕੋਇ। ਰਹਾਉ। ਮਾਇਆ ਦੇ ਮੋਹ ਵਾਲੀ ਪ੍ਰੀਤ ਦੇ ਧ੍ਰਿਗ ਹੈ, ਇਸ ਪ੍ਰੀਤ ਵਾਲਾ ਕੋਈ ਸੁਖੀ ਨਹੀਂ ਦਿਸਦਾ। ਰਹਾਉ। ਦਾਨਾ ਦਾਤਾ ਸੀਲਵੰਤ, ਨਿਰਮਲ ਰੂਪ ਅਪਾਰ। ਉਹ ਪ੍ਰਭੂ ਸਭ ਕੁਝ ਜਾਣਨ ਵਾਲਾ ਮਹਾਨ ਦਾਤਾ, ਸਰਬ ਤੋਂ ਉੱਤਮ ਸੁਭਾਵ ਵਾਲਾ, ਪਰਮ ਪਵਿੱਤਰ ਤੇ ਅਤਿਅੰਤ ਸੁੰਦਰਤਾ ਵਾਲਾ ਹੈ। ਸਖਾ ਸਹਾਈ ਅਤ ਵੱਡਾ, ਉੱਚਾ ਵੱਡਾ ਅਪਾਰ।
ਉਹ ਪੂਰਾ ਮਿੱਤਰ, ਸਦਾ ਸਹਾਇਤਾ ਕਰਨੇ ਵਾਲਾ, ਅਤ ਦਾ ਵੱਡਾ ਤੇ ਉੱਚਾ ਹੈ। ਹਾਂ, ਬੇਅੰਤ ਵੱਡਾ ਤੇ ਉੱਚਾ ਹੈ। ਅਪਾਰ ਭਾਵ ਪਾਰ ਤੋਂ ਰਹਿਤ ਬੇਅੰਤ ਹੈ। ਬਾਲਕ ਬਿਰਧ ਨ ਜਾਣੀਐ, ਨਿਹਚਲ ਤਿਸ ਦਰਬਾਰ। ਉਹ ਆਪ ਸਦਾ ਇੱਕ ਰਸ ਹੈ। ਉਸ ਨੂੰ ਬਾਲਕ, ਬੁੱਢਾ ਆਦਿ ਅਵਸਥਾ ਵਾਲਾ ਨਹੀਂ ਜਾਣਨਾ ਚਾਹੀਦਾ। ਤੇ ਉਸ ਦਾ ਦਰਬਾਰ ਅਚਲ ਹੈ, ਕਿਸੇ ਤਰ੍ਹਾਂ ਚਲਾਇਮਾਨ ਨਹੀਂ ਹੁੰਦਾ। ਜੋ ਮੰਗੀਐ ਸੋਈ ਪਾਈਐ, ਨਿਧਾਰਾ ਆਧਾਰ। ਤੇ ਫਿਰ ਉਸ ਤੋਂ ਜੋ ਮੰਗੀਏ ਉਹੀ ਮਿਲ ਜਾਂਦਾ ਹੈ। ਨਿਆਸਰਿਆਂ ਦਾ ਉਹ ਆਸਰਾ ਹੈ। ਜਿਸ ਪੇਖਤ ਕਿਲ ਵਿਖ ਹਿਰਹਿ, ਮਨ ਤਨ ਹੋਵੈ ਸ਼ਾਂਤ। ਜਿਸ ਦਾ ਦਰਸ਼ਨ ਕਰਦਿਆਂ ਪਾਪ ਦੂਰ ਹੋ ਜਾਂਦੇ ਹਨ, ਮਨ ਤੇ ਤਨ ਸਰੀਰ ਵਿੱਚ ਸ਼ਾਂਤੀ ਹੋ ਜਾਂਦੀ ਹੈ। ਇਕ ਮਨ ਏਕ ਧਿਆਈਐ, ਮਨ ਕੀ ਲਾਹੇ ਪਰਾਂਤ। ਉਸ ਇੱਕ ਨੂੰ ਇੱਕ ਮਨ ਹੋ ਕੇ ਧਿਆਈਏ। ਹਾਂ, ਮਨ ਦੀ ਭਟਕਣਾ ਦੂਰ ਕਰਕੇ ਧਿਆਈਏ। ਗੁਣ ਨਿਧਾਨ ਨਵਤਨ ਸਦਾ, ਪੂਰਨ ਜਾ ਕੀ ਦਾਤ। ਉਹ ਸਰਬ ਗੁਣਾਂ ਦਾ ਖਜ਼ਾਨਾ ਹੈ ਤੇ ਸਦਾ ਨਵਾਂ ਹੀ ਨਵਾਂ ਹੈ, ਤੇ ਦਾਤ ਉਸ ਦੀ ਪੂਰਨ ਹੈ, ਕਦੇ ਅਧੂਰੀ ਨਹੀਂ। ਸਦਾ ਸਦਾ ਆਰਾਧੀਐ, ਦਿਨ ਵਿਸਰੋ ਨਹੀਂ ਰਾਤ। ਐਸੇ ਪ੍ਰਭੂ ਨੂੰ ਸਦਾ ਸਦਾ ਆਰਾਧੀਏ, ਨਾ ਉਸ ਨੂੰ ਦਿਨੇ ਵਿਸਰੋ ਨਾ ਰਾਤੀ ਵਿਸਰੋ। ਜਿਨ ਕੋ ਪੂਰਬ ਲਿਖਿਆ, ਤਿਨ ਕਾ ਸਖਾ ਗੋਵਿੰਦ। ਜਿਨ੍ਹਾਂ ਦੇ ਭਾਗਾਂ ਵਿੱਚ ਪਹਿਲੋਂ ਤੋਂ ਲਿਖਿਆ ਹੁੰਦਾ ਹੈ, ਉਹਨਾਂ ਦਾ ਪ੍ਰਭੂ ਮਿੱਤਰ ਹੁੰਦਾ ਹੈ। ਇਸ ਲਈ ਸਾਨੂੰ ਭਗਤਾਂ ਨੂੰ ਚਾਹੀਦਾ ਹੈ, ਤਨ ਮਨ ਧਨ ਅਰਪੀ ਸਭੋ, ਸਗਲ ਵਾਰੀਐ ਇਹ ਜਿੰਦ। ਕਿ ਤਨ ਮਨ ਧਨ ਸਭੋ ਕੁਛ ਉਸ ਨੂੰ ਅਰਪਣ ਕਰ ਦੇਈਏ, ਅਤੇ ਇਹ ਜਿੰਦ ਵੀ ਉਸ ਤੋਂ ਵਾਰ ਕੱਤੀਏ। ਦੇਖੈ ਸੁਣੈ ਹਦੂਰ ਸਾਧ, ਘਟ ਘਟ ਬ੍ਰਹਮ ਰਵਿੰਦ। ਪ੍ਰਸ਼ਨ, ਉਹ ਤਾਂ ਰੂਪ ਰੰਗ ਵਾਲਾ ਨਹੀਂ, ਕੀਕੂ ਵਾਰੀਏ ਸਭੋ ਕੁਛ। ਉੱਤਰ, ਮਨ ਦੇ ਸ਼ੁੱਧ ਸੰਕਲਪ ਨਾਲ, ਕਿਉਂਕਿ ਉਹ ਸਦਾ ਹਾਜ਼ਰ ਹਜ਼ੂਰ ਹੈ, ਸਾਨੂੰ ਦੇਖਦਾ ਹੈ ਤੇ ਸਾਡੀਆਂ ਬੇਨਤੀਆਂ ਸੁਣਦਾ ਹੈ। ਹਾਂ, ਉਹ ਹਿਰਦੇ ਹਿਰਦੇ ਵਿੱਚ ਰਵ ਰਿਹਾ ਹੈ। ਪ੍ਰਸ਼ਨ, ਉਹ ਉਸ ਤੋਂ ਭੁੱਲੇ ਤੇ ਗਾਫਲ ਜੀਵਾਂ ਨੂੰ ਵੀ ਪਾਲਦਾ ਹੈ, ਇਸ ਦਾ ਕੀ ਕਾਰਨ ਹੈ? ਉੱਤਰ, ਪ੍ਰਭੂ ਸਦਾ ਬਖਸ਼ਿੰਦ ਹੈ। ਹੇ ਨਾਨਕ, ਅਕਿਰਤ ਘਨਾਨੋ ਪਾਲਦਾ, ਪ੍ਰਭ ਨਾਨਕ ਸਦ ਬਖਸ਼ਿੰਦ। ਉਸ ਦਾ ਇਹ ਬਿਰਦ ਹੈ, ਬਖਸ਼ਿਸ਼ ਹੈ। ਇਸ ਲਈ ਉਹ ਉਹਨਾਂ ਜੀਵਾਂ ਨੂੰ ਵੀ, ਜੋ ਜੀਵ ਮਨ, ਦੇਹ, ਪ੍ਰਾਣ, ਖਾਣ ਪਾਣ ਸਾਰੇ ਸਾਮਾਨਾਂ ਨੂੰ ਪਾ ਕੇ ਅਕਿਰਤ ਘਨ ਹੋ ਕੇ ਉਸ ਨੂੰ ਵਿਸਾਰੀ ਬੈਠੇ ਹਨ, ਉਹ ਉਹਨਾਂ ਨੂੰ ਵੀ ਪਾਲਦਾ ਹੈ। ਵਿਆਖਿਆ। ਇਸ ਸ਼ਬਦ ਵਿੱਚ ਵਿਆਪਕ ਵਾਹਿਗੁਰੂ ਜੀ ਦਾ ਮਿੱਠਾ ਪਿਆਰਾ ਗੁਣ ਕਥਨ ਹੈ। ਜੋ ਪਦ ਗੁਣ ਕਥਨ ਵਿੱਚ ਵਰਤੇ ਹਨ, ਉਹਨਾਂ ਦੀ ਵਿਆਖਿਆ ਅਗਲੀ ਨਿਰੁਕਤ ਵਿੱਚ ਹੈ। ਉਪਦੇਸ਼ ਸ਼ਬਦ ਵਿੱਚ ਇਹ ਹੈ ਕਿ ਉਸ ਕਿਰਪਾਲ ਦਿਆਲੂ ਅਕਿਰਤ ਘਨਾਂ ਨੂੰ ਵੀ ਪਾਲਣ ਵਾਲੇ ਸਦ ਬਖਸ਼ਿੰਦ ਤੇ ਘਟ ਘਟ ਵਿੱਚ ਵਿਆਪਕ ਪਿਆਰ ਪੁੰਜ ਨੂੰ ਪਿਆਰ ਕਰੋ, ਤੇ ਨਾਸ਼ਮਾਨ ਜੀਵਾਂ ਸਾਮਾਨਾਂ ਨਾਲ ਪ੍ਰੀਤ ਨਾ ਕਰੋ। ਉਹ ਸੁਖ ਦਾਤੇ ਨਹੀਂ, ਪਰ ਸਾਈਂ ਦੀ ਪ੍ਰੀਤ ਸਰਬ ਸੁੱਖਾਂ ਦੀ ਦਾਤੀ ਹੈ। ਇੱਕ ਗੱਲ ਜੋ ਇਹਨਾਂ ਸ਼ਬਦਾਂ ਵਿੱਚ ਆ ਰਹੀ ਹੈ, ਉਹ ਹੈ ਪੂਰਬ ਲਿਖਿਆ। ਪੂਰਬ ਲਿਖੇ ਤੋਂ ਮੁਰਾਦ ਹੈ ਜਨਮ ਤੋਂ ਪਹਿਲੋਂ ਤੋਂ ਜੀਵ ਦੇ ਭਾਗਾਂ ਵਿੱਚ ਜੋ ਕੁਝ ਅੰਕਿਤ ਹੋ ਗਿਆ ਹੈ। ਉਸ ਦੇ ਦੋਹਾਂ ਵਿੱਚੋਂ ਇੱਕ ਜਾਂ ਦੋਏ ਕਾਰਨ ਹੋ ਸਕਦੇ ਹਨ। ਪਹਿਲਾ, ਆਪਣੇ ਪਿਛਲੇ ਕੀਤੇ ਕਰਮਾਂ ਅਨੁਸਾਰ ਇਸ ਜਨਮ ਲਈ ਜੋ ਸੁਭਾਅ ਬਣ ਗਿਆ ਹੈ ਤੇ ਸੁੱਖ ਦੁੱਖ ਅੰਕਿਤ ਹੋ ਗਏ। ਦੂਸਰੇ, ਵਾਹਿਗੁਰੂ ਜੀ ਨੇ ਆਪਣੀ ਰਜ਼ਾ ਨਾਲ ਜੀਵ ਲਈ ਪਹਿਲੋਂ ਅੰਗ ਦਿੱਤਾ ਕਿ ਫਲਾਣਾ ਇਸ ਕਿਸਮ ਦੇ ਸੁਭਾਅ ਤੇ ਸੁੱਖ ਦੁੱਖ ਵਾਲਾ ਹੋਵੇ। ਗੁਰਮਤਿ ਵਿੱਚ ਦੋਹਾਂ ਦਾ ਸੰਮੇਲਨ ਹੈ।
ਜੀਵ ਦੇ ਕਰਮ ਆਪੋਂ ਫਲ ਪ੍ਰਦਾਤਾ ਨਹੀਂ ਹੁੰਦੇ, ਕਿਉਂਕਿ ਕਰਮ ਚੇਤਨ ਵਿਅਕਤੀ ਨਹੀਂ ਹੈ। ਇਸ ਲਈ ਸਰਵੱਗ ਵਾਹਿਗੁਰੂ ਦੀ ਨਜ਼ਰ ਵਿੱਚ ਕਰਮ ਤੁਲਦਾ ਹੈ ਤੇ ਉਸ ਦੀ ਦਿਆਲੂ ਸੁਭਾਵਤਾ ਜੀਵ ਦੇ ਸੁਭਾਵ, ਸੁਖ ਦੁੱਖ, ਪ੍ਰਾਪਤੀ ਅਪ੍ਰਾਪਤੀ ਤੇ ਭਲੇ ਬੁਰੇ ਦੇ ਝੁਕਾਓ ਅੰਗ ਦਿੰਦੀ ਹੈ। ਇਹ ਮੁਰਾਦ ਹੁੰਦੀ ਹੈ ਪੂਰਬ ਲਿਖੇ ਤੋਂ। ਹੁਕਮ ਚਲਾਏ ਆਪਣੇ ਕਰਮੀ ਵਹਿ ਕਲਾਮ, ਵਾਰ ਸਾਰੰਗ ਮਹੱਲਾ ਪਹਿਲਾ। ਇਸ ਦਾ ਇਹ ਭਾਵ ਨਹੀਂ ਕਿ ਇਹ ਪੂਰਬ ਲਿਖਿਆ ਕੋਈ ਸੁਤੰਤਰ ਜਕੜਬੰਦ ਹੈ। ਇਸ ਨੇ ਸਾਨੂੰ ਆਪਣੀ ਕਰਨੀ ਵਿੱਚ ਬੰਨ੍ਹ ਦਿੱਤਾ ਹੈ। ਜਿਵੇਂ ਰੇਲ ਗੱਡੀ ਬੱਝੀਆਂ ਰੇਲ ਪਟੜੀਆਂ ਤੇ ਸਿਵਾ ਇੱਧਰ ਉੱਧਰ ਨਹੀਂ ਚੱਲ ਸਕਦੀ, ਜੀਵ ਨੂੰ ਦਿੱਤੀ ਗਈ ਚਿੱਤ ਬ੍ਰਿਤੀ ਜਾਂ ਬੁੱਧੀ ਸੁਤੰਤਰ ਹੈ। ਇਸ ਦਾ ਰੁਖ ਤੇ ਝੁਕਾਓ ਪਿਛਲੇ ਲੇਖੇ ਨੇ ਬਣਾਇਆ ਹੈ, ਪਰ ਇਹ ਉਸ ਵਿੱਚ ਸदैवी ਕੈਦੀ ਨਹੀਂ, ਇਹ ਉਸ ਤੋਂ ਨਿਕਲ ਸਕਦਾ ਹੈ। ਇਸੇ ਕਰਕੇ ਗੁਰਬਾਣੀ ਵਿੱਚ ਫਰਮਾਇਆ ਹੈ, ਉਦਮ ਕਰੋ ਵੱਡ ਭਾਗੀ ਹੋ, ਸਿਮਰੋ ਹਰ ਹਰ ਰਾਏ। ਆਸਾ ਮਹੱਲਾ ਪੰਜਵਾ ਸ਼ੰਤ। ਜੇ ਜੀਵ ਕਿਸੇ ਸ਼ਕਲ ਵਿੱਚ ਸੁਤੰਤਰ ਹੈ ਤਾਂ ਹੀ ਉਦਮ ਦਾ ਉਪਦੇਸ਼ ਹੈ। ਮਨ ਕਰ ਹਲਾ ਗੁਰ ਗੋਵਿੰਦ ਸਮਾਲ। ਗੌੜੀ ਮਹੱਲਾ ਚੌਥਾ। ਕਰ ਹਲੇ। ਜੋ ਪਿੱਛੋਂ ਸਾਈਂ ਵੱਲ ਲੱਗੇ ਹੋਏ ਆਉਂਦੇ ਹਨ, ਉਹ ਇਸ ਜਨਮ ਵਿੱਚ ਸੁਖੱਲੇ ਲੱਗ ਪੈਂਦੇ ਤੇ ਹੋਰ ਤਰੱਕੀ ਕਰਦੇ ਹਨ। ਜੋ ਨਹੀਂ, ਉਹ ਜੇ ਘਾਲ ਕਰਨ ਸਤ ਸੰਗ ਦੀ ਮਦਦ ਲੈਣ ਤਾਂ ਉਹ ਨਵੇਂ ਬੀਜੇ ਦਾਣੇ ਵਾਂਗੂ ਉੱਗ ਪੈਂਦੇ ਹਨ ਤੇ ਇਸ ਜਨਮ ਦੀ ਕੀਤੀ ਘਾਲ ਅਗਲੇ ਲਈ ਰਾਸ ਮੂੜੀ ਬਣ ਜਾਂਦੀ ਹੈ। ਜੇ ਕੋਈ ਦੇਖਣਾ ਚਾਹੇ ਕਿ ਮੇਰੇ ਭਾਗਾਂ ਵਿੱਚ ਹੈ ਕਿ ਨਹੀਂ, ਉਹ ਵੀ ਉਦਮ ਦੁਆਰਾ ਦੇਖ ਸਕਦਾ ਹੈ। ਉਹ ਇਉਂ ਕਿ ਉਹ ਸਤ ਸੰਗ ਨਾਮ ਬਾਣੀ ਵਿੱਚ ਲੱਗ ਪਵੇ। ਜੇ ਸੋਤੇ ਤੇ ਸੁਖੈਨਤਾ ਨਾਲ ਬ੍ਰਿਤੀ ਲੱਗਦੀ ਜਾਵੇ ਤਾਂ ਪਤਾ ਲੱਗਾ ਕਿ ਭਾਗਾਂ ਵਿੱਚ ਹੈ। ਜੇ ਉਦਮ ਨਾ ਕਰੇ ਤੇ ਨਿਰਾਸ਼ ਹੋ ਕੇ ਬੈਠਾ ਰਹੇ ਤਾਂ ਭੁੱਲ ਹੋਵੇਗੀ, ਕਿਉਂਕਿ ਉਹ ਬਿਨਾਂ ਪਤਾ ਲੱਗੇ ਆਪ ਨੂੰ ਨਿਰਭਾਗਾ ਸਮਝ ਬੈਠਾ ਹੈ। ਜੇ ਉਦਮ ਕਰੇਗਾ, ਭਾਗਾਂ ਦਾ ਪਤਾ ਵੀ ਤਾਂ ਹੀ ਲੱਗੇਗਾ। ਜੇ ਉਦਮ ਕਰਕੇ ਪਤਾ ਲੱਗੇ ਕਿ ਮੇਰਾ ਮਨ ਸਹਿਜ ਭਾਅ ਨਾਲ ਸੁਖੱਲਾ ਨਹੀਂ ਲੱਗਦਾ, ਤਾਂ ਵੀ ਦਾਰੂ ਉਦਮ ਹੈ ਕਿ ਮੈਂ ਵਧੇਕ ਮਿਹਨਤ ਕਰਾਂ ਤਾਂ ਮੇਰੇ ਅੰਦਰ ਨਾਮ ਦਾ ਅੰਕੁਰ ਫੁੱਟੇ ਤੇ ਮੈਂ ਕਰਮ ਜਾਲ ਵਿੱਚੋਂ ਨਿਕਲ ਮਿਹਰ ਦੇ ਮੈਦਾਨ ਵਿੱਚ ਆ ਜਾਵਾਂ। ਹੁਣ ਦੀ ਕੀਤੀ ਘਾਲ ਤੇ ਮਿਹਨਤ ਅਗਲੇ ਲੇਖਾਂ ਦੀ ਨੀਂਹ ਬਣ ਜਾਏਗੀ। ਹਰ ਹਾਲ ਉਦਮ ਜ਼ਰੂਰੀ ਹੈ। ਇਸੇ ਕਰਕੇ ਗੁਰੂ ਜੀ ਨੇ ਹੁਕਮ ਦਿੱਤਾ ਹੈ, ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆ ਸੁਖ ਪੁੰਚ, ਧਿਆਏ ਦਿਆ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਗੋਜਰੀ ਵਾਰ ਮਹੱਲਾ ਪੰਜਵਾ। ਪੂਰਬਲੇ ਲਿਖੇ ਵਾਕ ਪੜ੍ਹ ਕੇ ਨਿਰਾਸਤਾ ਵਿੱਚ ਜਾਣਾ ਭਾਵ ਨਹੀਂ, ਨਾ ਆਪਣੇ ਆਲਸ ਲਈ ਬਹਾਨਾ ਲੱਭ ਲੈਣਾ ਹੈ, ਸਗੋਂ ਇਹ ਉਦਮ ਦਾ ਪ੍ਰੇਰਕ ਹੈ। ਨਿਰੁਕਤ। ਸੱਚ ਦਾ ਭਾਵ ਹੈ ਸੱਤ। ਦੇਖੋ ਪੰਨਾ 39। ਭਾਵ ਹੈ ਉਹ ਸਦਾ ਥਿਰ ਹਸਤੀ ਜੋ ਕਦੇ ਅਸਤ ਨਹੀਂ ਹੁੰਦੀ, ਸਤ ਸਰੂਪ ਪਰਮਾਤਮ ਦੇਵ। ਦੀਨ ਦਰਦ ਦੁਖ ਭੰਜਣਾ ਦਾ ਭਾਵ ਹੈ ਗਰੀਬਾਂ ਅਨਾਥਾਂ ਦੇ ਦੁੱਖ ਤੇ ਪੀੜਾ ਨੂੰ ਭੰਨ ਦੇਣ ਵਾਲਾ, ਦੂਰ ਕਰਨ ਵਾਲਾ। ਸਤ ਭਾਏ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਸਾਧ ਭਾਵ, ਸੱਚੇ ਪ੍ਰੇਮ ਨਾਲ। ਨੰਬਰ 2। ਸ਼੍ਰੀ ਨਰੋਤਮ ਜੀ ਇਸ ਨੂੰ ਜੀਵਾਂ ਵੱਲ ਲਾਉਂਦੇ ਹਨ ਕਿ ਸੇਵਕਾਂ ਦੀ ਸੱਚੀ ਭਾਵਨਾ ਕਰਕੇ ਉਹਨਾਂ ਦੇ ਦਰਦ ਦੁੱਖ ਦੂਰ ਕਰਦਾ ਹੈ। ਨੰਬਰ 3। ਸੰਪਰਦਾ ਵਿੱਚ ਸਤ ਭਾਏ ਦਾ ਅਰਥ ਨਿਸ਼ਚੇ ਕਰਕੇ ਵੀ ਕਰਦੇ ਹਨ। ਨੰਬਰ 4। ਸੰਪਰਦਾ ਵਿੱਚ ਸਤ ਭਾਏ ਦਾ ਅਰਥ ਸਾਧ ਭਾਏ ਭਾਵ ਸੈਂਕੜੇ ਤਰ੍ਹਾਂ ਵੀ ਕਰਦੇ ਹਨ। ਨੰਬਰ 5। ਕਈ ਸੱਜਣ ਸਤ ਭਾਏ ਨੂੰ ਸਤ ਭਾਉ ਦਾ ਪਰਿਆਇਵਾਚੀ ਸਮਝ ਕੇ ਸਤਕਾਰ ਸੰਯੁਕਤ ਅਰਥ ਕਰਦੇ ਹਨ ਕਿ ਆਪਣੇ ਸੇਵਕਾਂ ਨੂੰ ਸਤਕਾਰ ਦਿੰਦਾ ਹੈ। ਅਚਰਜ ਰੂਪ ਦਾ ਭਾਵ ਹੈ ਜਿਸ ਦਾ ਰੂਪ ਅਸਚਰਜ ਹੈ, ਜੋ ਆਪਣਾ ਪ੍ਰਭਾਵ ਆਪਣੀ ਸੁੰਦਰਤਾ ਵਿੱਚ ਮਗਨ ਜਾਂ ਲੀਨ ਕਰ ਲੈਣ ਦਾ ਤਾਂ ਪਾਉਂਦਾ ਹੈ,
ਪਰ ਬੁੱਧੀ ਅਲਪੱਗ ਹੋਣ ਕਰਕੇ ਸਮਝ ਨਹੀਂ ਸਕਦੀ। ਵਾਹਿਗੁਰੂ ਦਾ ਅਚਰਜ ਰੂਪ ਹੋਣਾ ਗੁਰਬਾਣੀ ਵਿੱਚ ਹੋਰਨੀ ਥਾਈਂ ਵੀ ਆਇਆ ਹੈ। ਨਿਰੰਜਨੋਂ ਦਾ ਭਾਵ ਹੈ ਮਾਇਆ ਰਹਿਤ, ਸ਼ੁੱਧ ਨਿਰਗੁਣ ਦੇਵ ਹੈ। ਦੇਖੋ ਸਫਾ 81 ਅਤੇ 196। ਤ੍ਰਿਗ ਦਾ ਭਾਵ ਹੈ ਫਿਟਕਾਰ, ਫਿਟਕਾਰ ਹੈ ਉਸ ਨੂੰ, ਭਾਵ ਤਿਆਗਣੇ ਯੋਗ ਹੈ। ਦੇਖੋ ਪੰਨਾ 191। ਅੰਕ 2 ਦਾਨਾ, ਦਾਤਾ, ਸੀਲਵੰਤ, ਨਿਰਮਲ ਰੂਪ, ਸਖਾ ਸਹਾਈ, ਇਹ ਸਾਰੇ ਗੁਣ ਇਨਸਾਨੀ ਗੁਣ ਹਨ। ਇਨਸਾਨ ਵਿੱਚ ਇਹ ਗੁਣ ਮਿੱਤ ਵਾਲੇ ਹਨ, ਪਰ ਇਨਸਾਨ ਵਿੱਚ ਇਹ ਗੁਣ ਆਏ ਪਰਮਾਤਮਾ ਵਿੱਚੋਂ ਹਨ। ਉਸ ਵਿੱਚ ਇਹ ਗੁਣ ਅਮਿਤਤਾ ਵਾਲੇ ਹਨ। ਇਸੇ ਕਰਕੇ ਦੋਹਾਂ ਤੁਕਾਂ ਵਿੱਚ ਦੋ ਵੇਰ ਪਦ ਅਪਾਰ ਵਰਤਿਆ ਹੈ ਤੇ ਪਦ ਉੱਚਾ ਤੇ ਅਤ ਵੱਡਾ ਵਰਤੇ ਹਨ। ਜੋ ਇਹ ਗੁਣ ਸਰਵੱਗ ਦੇ ਅਪਾਰ ਗੁਣ ਸਮਝੇ ਜਾਣ, ਸੋ ਹੁਣ ਭਾਵ ਇਹ ਨਿਕਲਣਗੇ। ਦਾਨਾ ਦਾ ਭਾਵ ਹੈ ਸਰਵੱਗ ਤੇ ਅਪੁੱਲ। ਦਾਤਾ ਦਾ ਭਾਵ ਹੈ ਪੂਰਨ ਰੂਪ ਕਰਕੇ ਦੇਨਹਾਰ, ਜਿਸ ਨੇ ਜੀਉ ਪਿੰਡ ਸਭੋ ਕੁਛ ਦਿੱਤਾ ਹੈ। ਸੀਲਵੰਤ ਦਾ ਭਾਵ ਹੈ ਸਾਰੇ ਇਖਲਾਕ ਦਾ ਮੂਲ। ਇਨਸਾਨ ਦੇ ਅੰਦਰ ਜੋ ਇੱਕ ਨੁਕਤਾ ਇਖਲਾਕ ਦਾ ਹੈ, ਇਹ ਉਸੀ ਨੇਕੀ ਕੁੱਲ ਪਰਮਾਤਮ ਦੇਵ ਦੀ ਸਰਬ ਭਲਾਈ ਦੀ ਅੰਸ਼ ਹੈ। ਨਿਰਮਲ ਦਾ ਭਾਵ ਹੈ ਉਹ ਸ਼ੁੱਧ ਹੈ, ਪਵਿੱਤਰ ਹੈ, ਜੀਵ ਮੈਲ ਦਾ ਜਾਣੂ ਹੈ। ਪਾਪ ਦੀ ਮੈਲ, ਹਉ ਦੀ ਮੈਲ, ਮਾਇਆ ਦੀ ਮੈਲ, ਪਰਮਾਤਮ ਦੇਵ ਇਹਨਾਂ ਤੋਂ ਰਹਿਤ ਹੈ, ਭਾਵ ਪਰਮ ਪਵਿੱਤਰ ਤੋਂ ਹੀ ਹੈ। ਰੂਪ ਦਾ ਭਾਵ ਹੈ ਸੁੰਦਰਤਾ, ਸੁੰਦਰਤਾ ਵਾਲਾ, ਅਪਾਰ ਸੁੰਦਰਤਾ ਵਾਲਾ। ਸਖਾ ਸਹਾਈ ਦਾ ਭਾਵ ਹੈ ਮਿੱਤਰ ਤੇ ਮਦਦਗਾਰ, ਭਾਵ ਭਗਤ ਵਸ਼ਲ ਹੋਣ ਤੋਂ ਹੈ। ਸਖਾ ਉਹ ਹੈ ਜਿਸ ਦੇ ਅੰਦਰ ਮਿੱਤਰਤਾ ਦਾ ਭਾਵ ਹੈ ਤੇ ਮਿੱਤਰਤਾ ਕਰਦਾ ਹੈ। ਸਹਾਈ ਉਹ ਹੈ ਜੋ ਬਿਪਤਾ ਵੇਲੇ ਮਦਦ ਕਰਦਾ ਹੈ ਅਤੇ ਕਦੇ ਆਪਣੇ ਸਖਾ ਸਹਾਈ ਪਣੇ ਦਾ ਪਲਟਾ ਨਹੀਂ ਲੋੜਦਾ। ਅਤ ਵੱਡਾ ਦਾ ਭਾਵ ਹੈ ਜਗਤ ਦੇ ਵੱਡਿਆਂ, ਰਾਜਿਆਂ, ਦੇਵਤਿਆਂ, ਅਵਤਾਰਾਂ ਸਭ ਤੋਂ ਵੱਡਾ, ਪਰਮ ਸ਼ਕਤੀਆਂ ਵਾਲਾ। ਉੱਚਾ ਦਾ ਭਾਵ ਹੈ ਮਨ ਬਾਣੀ ਦੀ ਪਹੁੰਚ ਤੋਂ ਪਰੇ, ਸਰਬ ਅਵਸਥਾ ਤੋਂ ਉੱਪਰ। ਬਾਲਕ ਬਿਰਧ ਨਾ ਜਾਣੀਐ ਦਾ ਭਾਵ ਹੈ ਉਹ ਅਕਾਲ ਹੈ, ਕਾਲ ਰਹਿਤ ਹੈ, ਅਜੂਨੀ ਹੈ। ਇਸ ਲਈ ਉਸ ਉੱਤੇ ਉਮਰਾ ਅਵਸਥਾ ਦਾ ਅਸਰ ਨਹੀਂ, ਸਦਾ ਇੱਕ ਰਸ ਰਹਿੰਦਾ ਹੈ, ਜੁਗ ਜੁਗ ਏਕੋ ਵੇਸ ਹੈ। ਨਿਹਚਲ ਤਿਸ ਦਰਬਾਰ ਦਾ ਭਾਵ ਹੈ ਉਸ ਦਾ ਦਰਬਾਰ ਅਟਲ ਦਰਬਾਰ ਹੈ, ਸਦਾ ਕਾਇਮ ਹੈ। ਦਰਬਾਰ ਪਾਤਸ਼ਾਹ ਦੇ ਦੀਵਾਨ ਨੂੰ ਕਹਿੰਦੇ ਹਨ। ਨਿਹਚਲ ਕਹਿਣ ਤੋਂ ਇਹ ਵੀ ਮੁਰਾਦ ਹੈ ਕਿ ਉਸ ਵਿੱਚ ਜੋ ਫੈਸਲਾ ਹੁੰਦਾ ਹੈ ਅਟਲ ਹੁੰਦਾ ਹੈ, ਕਿਉਂਕਿ ਸਰਬੱਗਤਾ ਦੀ ਤਕੜੀ ਦੇ ਤੁਲ ਕੇ ਸੱਚੋ ਸੱਚ ਹੁੰਦਾ ਹੈ। ਸੱਚ ਸਦਾ ਅਟਲ ਹੁੰਦਾ ਹੈ। ਜੇਕਰ ਸਰਕਾਰ ਕਿਸੇ ਵੇਲੇ ਰਾਜੇ ਨੂੰ ਕਹਿ ਲਈਦਾ ਹੈ, ਤਿਵੇਂ ਦਰਬਾਰ ਵੀ ਰਾਜੇ ਨੂੰ ਕਹਿ ਲੈਂਦੇ ਹਨ। ਇਸ ਤੋਂ ਸੰਪਰਦਾਈ ਦਾਨੇ ਅਰਥ ਦਰਬਾਰ ਦਾ ਇੱਥੇ ਸਰੂਪ ਵੀ ਕਰਦੇ ਹਨ ਕਿ ਉਸ ਦਾ ਸਰੂਪ ਅਟਲ ਹੈ। ਨਿਧਾਰਾ ਦਾ ਭਾਵ ਹੈ ਨਿਰ ਆਧਾਰਾਂ ਦਾ, ਆਸਰੇਹੀਨਾਂ ਦਾ। ਭ੍ਰਾਂਤ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਭ੍ਰਾਂਤ ਭਟਕਣਾ, ਭਰਮ ਵੀ ਅਰਥ ਕਰਦੇ ਹਨ। ਇਥੇ ਪਾਠ ਹੈ ਲਾਹੇ ਭ੍ਰਾਂਤ, ਜਿਸ ਦਾ ਅਰਥ ਬਣਦਾ ਹੈ ਦਿਲ ਤੋਂ ਭਟਕਣਾ ਦੂਰ ਕਰਕੇ, ਇੱਕ ਮਨ ਹੋ ਕੇ ਇੱਕ ਪ੍ਰਭੂ ਨੂੰ ਧਿਆਈਏ। ਭਾਵ ਹੈ ਕਿ ਸੰਸਾਰਕ ਐਸ਼ਵਰਜ ਦੇਣ ਵਾਲੇ ਦੇਵੀ ਦੇਵਤਿਆਂ ਦੇ ਮਗਰ ਮਨ ਨੂੰ ਭਟਕਣੋਂ ਰੋਕ ਲਈਏ, ਅਥਵਾ ਮਨ ਦੀ ਸੰਸਾਰਕ ਪਦਾਰਥਾਂ ਦੇ ਮਗਰ ਭਟਕਣਾ, ਸੰਕਲਪ ਵਿਕਲਪ ਨੂੰ ਰੋਕੀਏ।